ਔਰ ਸਾਡੇ ਜ਼ਿਮੀਂਦਾਰਾਂ ਨੂੰ ਜਿਹੜੀ ਕਿ ਜ਼ਰੂਰਤ ਹੁੰਦੀ ਹੈ ਤਬਦੀਲੀਆਂ ਦੀ, ਕੁਝ ਤੁਸੀਂ ਕੀਤੀਆਂ ਨੇ, ਜਿਹੜੀਆਂ ਤਬਦੀਲੀਆਂ ਕੀਤੀਆਂ ਨੇ ਉਹਦੇ ਬਾਰੇ ਸਾਨੂੰ ਥੋੜ੍ਹਾ ਦੱਸ ਦਿਓ ਜੀ। ਇਹ ਕਾफ़ी ज़्यादा ਤਬਦੀਲੀਆਂ ਕੀਤੀਆਂ ਨੇ ਔਰ ਅਸੀਂ ਇੱਕ ਤਰੀਕਾਕਾਰ ਸ਼ੁਰੂ ਕੀਤਾ ਹੈ ਕਿ ਹਰ ਆਉਂਦੇ ਮਾਡਲ ਦੇ ਵਿੱਚ ਕੁਛ ਨਾ ਕੁਛ ਤਬਦੀਲੀਆਂ ਜਿਹੜੀਆਂ ਨਾ ਕਰਿਆ ਕਰੀਏ ਤਾਂ ਕਿ ਹਰ ਨਵਾਂ ਮਾਡਲ ਜ਼ਿਮੀਂਦਾਰ ਨੂੰ ਮਹਿਸੂਸ ਹੋਵੇ ਕਿ ਉਹਦੇ ਮਾਡਲ 'ਚ ਪਿਛਲੇ ਮਾਡਲ ਨਾਲੋਂ ਕੋਈ ਤਬਦੀਲੀਆਂ ਜਾਂ ਉਹਦੇ 'ਚ ਬਿਹਤਰੀਆਂ ਪਹਿਲੇ ਨਾਲੋਂ ਕੰਪਨੀ ਨੇ ਕੀਤੀਆਂ ਨੇ। ਤੇ ਇਹਨਾਂ ਅਸੀਂ ਸਾਰੇ ਮਾਡਲਾਂ ਦੇ ਵਿੱਚ, ਕਿਸੇ ਖਾਸ ਮਾਡਲ 'ਚ ਨਹੀਂ, ਸਾਰੇ ਮਾਡਲਾਂ 'ਚ ਤਬਦੀਲੀਆਂ ਕੀਤੀਆਂ। ਜਿਹੜੀਆਂ ਤਬਦੀਲੀਆਂ ਕੀਤੀਆਂ ਮੈਂ ਤੁਹਾਨੂੰ ਵਾਰੀ-ਵਾਰੀ ਦੱਸ ਦਿੰਦਾ। ਸਭ ਤੋਂ ਪਹਿਲੇ ਤਾਂ ਅਸੀਂ ਇੰਜਨ ਦੇ ਵਿੱਚ ਜਿਹੜਾ ਵਾਲ ਸਟੈਮ ਹੁੰਦਾ, ਜਿਹੜਾ ਵਾਲ ਹੁੰਦਾ, ਉਹਦੇ ਉੱਤੇ ਇੱਕ ਸੀਲ ਲਾ ਦਿੱਤੀ ਹੈ, ਜਿਹਦੀ ਵਜ੍ਹਾ ਤੋਂ ਥੱਲੋਂ ਪ੍ਰੈਸ਼ਰ ਜਿਹੜਾ ਉੱਪਰ ਜਾਂਦਾ ਸੀਗਾ ਟੈਪਰਡ ਕਵਰ ਦੇ ਵਿੱਚ, ਉਹ ਕੰਟਰੋਲ ਹੋ ਜਾਏਗਾ। ਇਸ ਤੋਂ ਬਾਅਦ ਟੈਪਰਡ ਕਵਰ ਜਿਹੜਾ ਉਹਦਾ ਡਿਜ਼ਾਈਨ ਅਸੀਂ ਚੇਂਜ ਕੀਤਾ। ਉਹਦੇ ਉੱਪਰ ਜਿਹੜਾ ਬਰੀਦਰ ਪਾਈਪ ਨੂੰ ਲਾਉਣ ਵਾਸਤੇ ਇੱਕ ਯੂਕ ਜਿਹੜਾ ਲਾ ਦਿੱਤਾ ਹੈ, ਪਾਈਪ ਲਾ ਦਿੱਤਾ ਹੈ, ਜਿਹਦੇ ਨਾਲ ਹਵਾ ਜਿਹੜੀ ਠਹਿਰ ਕੇ ਰੁਕ ਕੇ ਆਏਗੀ ਔਰ ਆਪਣੇ ਨਾਲ ਜਿਹੜੇ ਤੇਲ ਦੇ ਕਤਰੇ ਨੇ ਉਹ ਬਾਹਰ ਨਹੀਂ ਲੈ ਕੇ ਆਏਗੀ। ਇਸ ਤੋਂ ਬਾਅਦ ਅਸੀਂ ਹੀਟ ਸ਼ੀਲਡ ਲਾਤੀ। ਪਹਿਲੇ ਸਿਰਫ ਡੀਲੈਕਸ ਮਾਡਲਾਂ ਦੇ ਵਿੱਚ ਹੀਟ ਸ਼ੀਲਡ ਸੀਗੀ, ਸਾਡੇ ਹੁਣ ਹਰ ਟਰੈਕਟਰ ਮਾਡਲ ਦੇ ਵਿੱਚ ਹੀਟ ਸ਼ੀਲਡ ਹੋਏਗੀ ਤਾਂ ਕਿ ਜ਼ਿਮੀਂਦਾਰ ਦੀ ਲੱਤਾਂ ਦੇ ਉੱਤੇ ਜਿਹੜਾ ਉਹ ਗਰਮ ਹਵਾ ਨਾ ਪਵੇ, ਉਹ ਗਰਮ ਹਵਾ ਤੋਂ ਬਚਿਆ ਰਹੇ। ਇਸ ਤੋਂ ਇਲਾਵਾ ਛੋਟੇ ਟਰੈਕਟਰਾਂ ਦਾ ਜਿਹੜਾ ਫਿਊਲ ਟੈਂਕ ਹੈਗਾ ਅਸੀਂ ਪਲਾਸਟਿਕ ਦਾ ਕਰ ਦਿੱਤਾ ਹੈ, ਉਹਦੇ ਨਾਲ ਉਹਦੀ ਕੋਈ ਫਿਊਲ ਦੀ ਕੈਪੈਸਿਟੀ ਥੋੜ੍ਹੀ ਜਿਹੀ ਵਧੀ ਹੈ। ਇਸ ਤੋਂ ਇਲਾਵਾ ਉਹਦੀ ਲੀਕੇਜ ਵਗੈਰਾ ਔਰ ਅੰਦਰ ਜਿਹੜਾ ਰਸਟ ਵਗੈਰਾ ਬਣ ਜਾਂਦਾ ਸੀਗਾ ਉਸ ਤੋਂ ਜਿਹੜਾ ਮਹਿਫੂਜ਼ ਰਹੇਗਾ ਤੁਹਾਡਾ ਫਿਊਲ ਇੰਜੈਕਸ਼ਨ ਸਿਸਟਮ ਸਾਰਾ। ਇਸ ਤੋਂ ਬਾਅਦ ਰੇਡੀਏਟਰ ਦਾ ਪੱਖਾ ਜਿਹੜਾ ਹੈਗਾ ਉਹਦੇ ਪਰਾਂ ਦਾ ਐਂਗਲ ਥੋੜ੍ਹਾ ਜਿਹਾ ਤਬਦੀਲ ਕੀਤਾ ਹੈ ਤਾਂ ਕਿ ਹਵਾ ਜ਼ਿਆਦਾ ਸਿੱਟੇ। ਇਸ ਤੋਂ ਇਲਾਵਾ ਉਹਨਾਂ ਦੇ ਪਲਾਸਟਿਕ ਦੇ ਮਟੀਰੀਅਲ ਦੇ ਵਿੱਚ ਤਬਦੀਲੀ ਕੀਤੀ ਹੈ ਤਾਂ ਕਿ ਜਦੋਂ ਜ਼ਿਆਦਾ ਟੈਂਪਰੇਚਰ ਵੱਧਦਾ ਹੈ, ਗਰਮਾਇਸ਼ ਜ਼ਿਆਦਾ ਆਉਂਦੀ ਹੈ ਤੇ ਉਹ ਪਰ ਟੇੜੇ ਹੋ ਜਾਂਦੇ ਸੀ। ਅਸੀਂ ਦੇਖਦੇ ਸੀ ਕਿ ਜਦੋਂ ਹੀਟ ਜ਼ਿਆਦਾ ਰੇਡੀਏਟਰ ਤੋਂ ਆਉਂਦੀ ਸੀ ਤੇ ਪਰ ਜਿਹੜੇ ਟੇੜੇ ਹੋ ਜਾਂਦੇ ਸੀ ਉਹ ਟੇੜੇ ਨਹੀਂ ਹੋਣਗੇ। ਉਹਦਾ ਮਟੀਰੀਅਲ ਅਸੀਂ ਚੇਂਜ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅਸੀਂ ਇਹ ਚਟਕਣੀਆਂ ਚੇਂਜ ਕਰ ਦਿੱਤੀਆਂ ਨੇ, ਠੀਕ ਹੈ ਜੀ। ਔਰ ਇਹ ਬੜੇ ਆਰਾਮਦੇਹ ਨੇ ਔਰ ਬੜੀਆਂ ਮਜ਼ਬੂਤ ਨੇ, ਲੌਂਗ ਲਾਈਫ ਨੇ। ਪਹਿਲੇ ਵਾਲੀ ਤੁਹਾਨੂੰ ਪਤਾ ਕਿ ਉਹ ਡਿੱਗ ਵੀ ਜਾਂਦੀਆਂ ਸੀ, ਉਹ ਬੜਾ ਜ਼ੋਰ ਲੱਗਦਾ ਸੀ ਜ਼ਿਮੀਂਦਾਰ ਦਾ। ਬੜੇ ਆਰਾਮ ਦੇ ਨਾਲ ਦੇਖੋ, ਬੜੇ ਆਰਾਮ ਦੇ ਨਾਲ ਖੁੱਲ੍ਹਦਾ ਤਾਂ ਬੰਦ ਹੁੰਦਾ। ਇਹ ਤਬਦੀਲੀ ਕੀਤੀ ਹੈ। ਅੱਛਾ, ਫਿਰ ਸ਼ਿਫਟ ਟਾਵਰ ਜਿਹੜਾ ਇਹਦੇ ਤੇ ਸ਼ੀਲਡ ਲਾਈ ਹੋਈ ਹੈ। ਇਹ ਜਿਹੜਾ ਗੇਅਰ ਬਕਸੇ ਦਾ ਕਵਰ ਤੁਸੀਂ ਕਹਿ ਲਓ, ਉਹ ਅੱਗੇ 3 ਪੀਸਾਂ ਦੇ ਵਿੱਚ ਹੁੰਦਾ ਸੀਗਾ। 3 ਪੀਸਾਂ ਦੀ ਵਜ੍ਹਾ ਤੋਂ ਉਹਦੇ ਵਿੱਚੋਂ ਕਿਸੇ ਨਾ ਕਿਸੇ ਜਗ੍ਹਾ ਤੋਂ ਲੀਕੇਜ ਰਹਿੰਦੀ ਸੀਗੀ। ਇਸੇ ਤਰ੍ਹਾਂ ਉੱਪਰ ਜਿਹੜਾ ਕੈਪ ਸੀਗਾ ਜਿੱਥੋਂ ਅਸੀਂ ਤੇਲ ਪਾਉਂਦੇ ਸੀਗੇ, ਉਹ ਵੀ ਜਿਹੜਾ ਉੱਥੋਂ ਵੀ ਤੇਲ ਜਿਹੜਾ ਲੀਕ ਹੁੰਦਾ ਸੀਗਾ। ਉਹਨੂੰ ਅਸੀਂ ਕੈਪ ਦੀ ਜਗ੍ਹਾ ਉਹਨੂੰ ਨਟ ਲਾ ਦਿੱਤਾ ਔਰ ਇਸ ਪੂਰਾ ਸ਼ਿਫਟ ਟਾਵਰ ਜਿਹੜਾ ਨਾ ਉਹ ਸਿੰਗਲ ਪੀਸ ਦੇ ਵਿੱਚ ਕਰ ਦਿੱਤਾ ਹੈ। ਉਹਦੀ ਵਜ੍ਹਾ ਤੋਂ ਉੱਥੋਂ ਤੇਲ ਦੀ ਲੀਕੇਜ ਵਗੈਰਾ ਨਹੀਂ ਹੋਏਗੀ। ਇਸ ਤੋਂ ਇਲਾਵਾ ਇਹ ਮਡਗਾਰਡ ਅਸੀਂ ਡੀਲੈਕਸ ਟਰੈਕਟਰ ਤੋਂ ਇਲਾਵਾ ਪਹਿਲੇ ਕਿਸੇ ਟਰੈਕਟਰ 'ਚ ਨਹੀਂ ਸੀ, ਲੇਕਿਨ ਵੱਡੇ ਟਰੈਕਟਰਾਂ ਦੇ ਵਿੱਚ 85 ਸਾਦੇ ਦੇ ਵਿੱਚ, 75 ਸਾਦੇ ਦੇ ਵਿੱਚ, 85 4 ਵੀਲ ਸਾਦੇ ਦੇ ਵਿੱਚ ਨਹੀਂ ਸੀ ਹੈਗਾ। ਇਹ ਹੁਣ ਵੱਡੇ ਟਰੈਕਟਰਾਂ 'ਚ ਵੀ ਸੀ ਮਡਗਾਰਡ ਦੇ ਦਿੱਤੇ ਨੇ, ਬੜੇ ਮਜ਼ਬੂਤ ਔਰ ਬੜੇ ਅੱਛੇ ਡਿਜ਼ਾਈਨ ਦੇ ਨੇ। ਇਸ ਤੋਂ ਇਲਾਵਾ ਡੈਂਪਰ ਪਲੇਟ ਅੱਗੇ ਤੁਹਾਨੂੰ ਵਾਹਿਦ ਸਾਹਿਬ ਨੇ ਖੋਲ ਕੇ ਵੀ ਦਿਖਾਈਏ ਕਿ ਹਾਂਜੀ ਸਾਦੀ ਪਲੇਟ ਔਰ ਡੈਂਪਰ ਪਲੇਟ ਕਹਿੰਦੇ ਤਾਂ ਦਿਖਾ ਦਿੰਦੇ ਦੁਬਾਰਾ ਕਿ ਉਹਦੇ ਵਿੱਚ ਸਾਰੇ ਵੱਡੇ ਟਰੈਕਟਰਾਂ 'ਚ, ਪਹਿਲੇ ਉਹ ਸਿਰਫ ਡੀਲੈਕਸ ਮਾਡਲਾਂ ਸੀਗੀ, ਹੁਣ ਸਾਰੇ ਵੱਡੇ ਟਰੈਕਟਰਾਂ ਦੇ ਵਿੱਚ ਅਸੀਂ ਡੈਂਪਰ ਟਾਈਪ ਕਲਚ ਪਲੇਟ ਪਾਤੀ ਹੈ। ਡੈਂਪਰ ਟਾਈਪ ਔਰ ਸਾਦੀ ਦਾ ਕੀ ਫਰਕ ਹੁੰਦਾ? ਸਾਦੀ ਪਲੇਟ ਸਿਰਫ ਪਲੇਟ ਹੁੰਦੀ ਹੈ, ਇਹਦੇ ਵਿੱਚ ਪ੍ਰੈਸ਼ਰ ਨੂੰ ਬੇਅਰ ਕਰਨ ਵਾਸਤੇ ਸਪਰਿੰਗ ਹੁੰਦੇ ਨੇ ਤੇ ਇਹ ਜਦੋਂ ਤੁਸੀਂ ਗੇਅਰ ਸ਼ਿਫਟ ਕਰਦੇ ਹੋ, ਗੇਅਰ ਸ਼ਿਫਟਿੰਗ ਦੇ ਵਿੱਚ ਆਸਾਨੀ ਵੀ ਹੁੰਦੀ ਹੈ ਔਰ ਆਵਾਜ਼ ਵੀ ਨਹੀਂ ਆਉਂਦੀ। ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਇਹਦੀ ਖੂਬੀ ਹੈਗੀ ਹੈ ਕਿ ਇਹਦੀ ਲਾਈਫ ਜ਼ਿਆਦਾ ਹੈਗੀ। ਇਹ ਤੁਹਾਡੀ ਸਾਦੀ ਪਲੇਟ ਹੈਗੀ ਹੈ, ਠੀਕ ਹੈ ਜੀ। ਔਰ ਇਹ ਪਰਾਂ ਵਾਲੀ ਪਲੇਟ ਇਹਨੂੰ ਕਹਿੰਦੇ ਨੇ ਮਾਰਕੀਟ ਦੇ ਵਿੱਚ ਪੂਰੇ ਕੜੇ ਵਾਲੀ, ਰਿੰਗ ਵਾਲੀ ਵੀ ਤੁਹਾਨੂੰ ਲੱਭਦੀ ਹੈ। ਤੇ ਇਹ ਸਾਦੀ ਪਲੇਟ ਹੈਗੀ ਹੈ, ਇਹ ਹੈਗੀ ਡੈਂਪਰ ਪਲੇਟ, ਠੀਕ ਹੈ ਜੀ। ਇਹਦੇ ਵਿੱਚ ਇਹਨਾਂ ਜਗ੍ਹਾ ਦੇ ਵਿੱਚ ਬੈਕ ਤੋਂ ਦਿਖਾਓਗੇ ਜ਼ਰਾ, ਤੇ ਇਹ ਸਪਰਿੰਗ ਹੈਗੇ ਨੇ ਜਿਹੜੇ ਇਹਨੂੰ ਲੋਡ ਨੂੰ ਬਰਦਾਸ਼ਤ ਕਰਦੇ ਨੇ ਸ਼ਿਫਟਿੰਗ ਦੇ ਦੌਰਾਨ। ਉਹਦੀ ਵਜ੍ਹਾ ਤੋਂ ਇਹਦੀ ਲਾਈਫ ਵੀ ਵੱਧ ਜਾਂਦੀ ਹੈ। ਇਹਦੀ ਸਮਝੋ ਕਿ 3-4 ਗੁਣਾ ਲਾਈਫ ਇਹਦੀ ਵੱਧ ਜਾਂਦੀ ਹੈ। ਵੈਸੇ ਤਾਂ ਟਰੈਕਟਰ ਦੇ ਇਸਤੇਮਾਲ ਦੇ ਉੱਤੇ ਡਿਪੈਂਡ ਕਰਦਾ ਹੈ। ਅਗਰ ਤੇ ਤੁਸੀਂ ਬਲੇਡ ਔਰ ਲੋਡਰ ਵਗੈਰਾ ਚਲਾਉਂਦੇ ਹੋ ਉਹ ਕਿਉਂਕਿ ਜ਼ਿਆਦਾ ਇਸਤੇਮਾਲ ਹੈਗਾ ਕਲਚ ਦਾ ਤੇ ਉਹ ਜਲਦੀ ਖਤਮ ਹੋ ਜਾਂਦਾ ਹੈ। ਤੇ ਆਮ ਜਿਹੜੀ ਪਲੇਟ ਹੈਗੀ ਹੈ ਉਹ ਲੋਡਰ ਦੇ ਉੱਤੇ ਖਾਸ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ 300 400 500 ਘੰਟੇ ਮੈਕਸਿਮਮ 500 ਘੰਟੇ ਦੇ ਉੱਤੇ ਕਲਚ ਖਤਮ ਹੋ ਜਾਂਦਾ ਹੈ। ਲੇਕਿਨ ਇਹ ਪਲੇਟ ਮੇਰਾ ਖਿਆਲ ਹੈ ਸਾਲ ਤੋਂ ਪਹਿਲੇ ਵੀ ਜਿਹੜਾ ਨਾ ਇਹ ਤਬਦੀਲੀ ਨਹੀਂ ਮੰਗੇਗੀ। ਜਾਂ ਸਾਹਿਬ ਦੇਖਣ 'ਚ ਵੀ ਥੋੜੀ ਅੱਛੀ ਨਜ਼ਰ ਆ ਰਹੀ ਹੈ। ਮਟੀਰੀਅਲ ਦਾ ਵੀ ਫਰਕ ਹੈ ਜੀ, ਇੰਪੋਰਟਡ ਹੈਗੀ ਹੈ, ਇੰਪੋਰਟਡ ਹੈਗੀ ਹੈ, ਅਮਰੀਕਾ ਤੋਂ ਅਸੀਂ ਮੰਗਵਾਈ ਹੈ। ਅੱਛਾ, ਇਸ ਤੋਂ ਬਾਅਦ ਜਿਹੜੀ ਐਜ ਸੀਲਿੰਗ ਹੈ ਨਾ ਜੀ, ਇਹ ਵਾਲੀ ਪਹਿਲੇ ਫਿਟਿੰਗ ਥੋੜਾ ਜਿਹਾ ਪ੍ਰੋਬਲਮ ਹੁੰਦਾ ਸੀ, ਲੇਕਿਨ ਇਹਦੇ ਵਿੱਚ ਅਸੀਂ
ਇਹਦਾ ਮਟੀਰੀਅਲ ਚੇਂਜ ਕੀਤਾ, ਇਹਦੇ ਅੰਦਰ ਜਿਹੜਾ ਨਾ ਸਟੀਲ ਦੀ ਇੱਕ ਵਾਇਰ ਹੈਗੀ ਹੈ ਜਿਹਦੀ ਵਜ੍ਹਾ ਤੋਂ ਜਿੱਥੇ ਬਿਠਾਓ ਉੱਥੇ ਬੈਠ ਜਾਂਦੀ ਹੈ। ਇਹ ਫਿਟਿੰਗ ਜ਼ਰਾ ਬਿਹਤਰ ਹੋ ਗਈ ਇਹਦੇ ਨਾਲ। ਅੱਛਾ, ਇਸ ਤੋਂ ਬਾਅਦ ਅਸੀਂ ਸਟੀਅਰਿੰਗ ਦਾ ਕਾਲਮ ਜਿਹੜਾ ਹੈ ਇੱਥੇ ਇਹ ਸੀਲ, ਇਹਦਾ ਕੈਪ ਔਰ ਸੀਲ ਪਹਿਲੇ ਨਹੀਂ ਸੀ ਹੁੰਦੀ, ਜਿਹਦੀ ਵਜ੍ਹਾ ਤੋਂ ਪਾਣੀ ਅੰਦਰ ਜਾਂਦਾ ਸੀ ਔਰ ਕੁਝ ਅਰਸੇ ਬਾਅਦ ਸਟੀਅਰਿੰਗ ਦੇ ਬੇਅਰਿੰਗ ਨੂੰ ਜ਼ੰਗ ਲੱਗ ਜਾਂਦਾ ਸੀਗਾ ਔਰ ਉਹਦੇ 'ਚ ਵਾਈਬ੍ਰੇਸ਼ਨ ਆ ਜਾਂਦੀ ਸੀਗੀ। ਤੇ ਇਹਦੀ ਸਮਝੋ ਇਹਦੀ ਲਾਈਫ ਵੱਧ ਗਈ ਹੈ ਔਰ ਸਟੀਅਰਿੰਗ ਦੀ ਕਾਰਕਰਦਗੀ ਵੀ ਵੱਧ ਜਾਏਗੀ ਇਨਸ਼ਾਅੱਲਾ ਦੇ ਨਾਲ। ਫੈਂਡਰ ਹੈਂਡਲ, ਇਹ ਹੈਂਡਲ ਪਹਿਲੇ ਨਹੀਂ ਸੀ ਹੁੰਦੇ ਟਰੈਕਟਰ ਦੇ ਉੱਤੇ ਚੜ੍ਹਨ ਵਾਸਤੇ ਉਤਰਨ ਵਾਸਤੇ, ਇਹ ਅਸੀਂ ਹੈਂਡਲ ਸਾਰੇ ਟਰੈਕਟਰਾਂ ਦੇ ਵਿੱਚ ਲਾ ਦਿੱਤੇ ਨੇ। ਟਰਾਂਸਮਿਸ਼ਨ ਦਾ ਕਵਰ, ਇਹ ਟਰਾਂਸਮਿਸ਼ਨ ਦਾ ਕਵਰ ਜਿਹੜਾ ਇਹਨੂੰ ਅਸੀਂ ਟਰਾਂਸਮਿਸ਼ਨ ਕਵਰ ਕਹਿੰਦੇ ਨੇ। ਇਹ ਪਹਿਲੇ ਸਿਰਫ ਡਾਇਰੈਕਟ ਮਾਡਲਾਂ 'ਚ, ਹੁਣ ਸਾਡੇ ਹਰ ਮਾਡਲ 'ਚ, ਛੋਟੇ ਟਰੈਕਟਰ ਦੇ ਵਿੱਚ ਵੀ ਹੋਏਗਾ, ਵੱਡੇ ਸਾਰੇ ਟਰੈਕਟਰ ਮਾਡਲਾਂ ਦੇ ਵਿੱਚ ਟਰਾਂਸਮਿਸ਼ਨ ਕਵਰ ਜਿਹੜਾ ਹੋਏਗਾ ਲਾਜ਼ਮੀ। ਇਸ ਤੋਂ ਬਾਅਦ ਮੇਨਟੇਨੈਂਸ ਫ੍ਰੀ ਬੈਟਰੀ, ਇਹ ਬੈਟਰੀ ਜਿਹੜੀ ਹੈ ਇਹਦੇ 'ਚ ਤੁਹਾਨੂੰ ਬਾਰ-ਬਾਰ ਪਾਣੀ ਪੂਰਾ ਕਰਨ ਦੀ ਜ਼ਰੂਰਤ ਨਹੀਂ, ਠੀਕ ਹੈ ਜੀ। ਇਹ ਬੈਟਰੀ ਸਾਰੇ ਟਰੈਕਟਰਾਂ ਦੇ ਵਿੱਚ ਅਸੀਂ ਲਾਤੀ ਹੈ, ਲੌਂਗ ਲਾਈਫ ਬੈਟਰੀ ਹੈਗੀ, ਅੱਛੀ ਬੈਟਰੀ ਹੈਗੀ ਹੈ, ਇਹਦਾ ਮਟੀਰੀਅਲ ਅੱਛਾ ਹੈਗਾ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਅਸੀਂ ਇੱਕ ਸੈਂਟਰ ਹਾਊਸਿੰਗ ਬਾਟਮ ਕਵਰ ਪਲੇਟ ਹੈ, ਜਿਹੜਾ ਸਾਡਾ ਹਾਈਡ੍ਰੋਲਿਕ ਪੰਪ ਹੁੰਦਾ ਉਹਦੇ ਬਿਲਕੁਲ ਨੀਚੇ ਹਾਈਡ੍ਰੋਲਿਕ ਪੰਪ ਦਾ ਫਿਲਟਰ ਕੱਢਣ ਵਾਸਤੇ, ਤਬਦੀਲ ਕਰਨ ਵਾਸਤੇ ਇੱਕ ਥੱਲੇ 3 ਕੋਨੇ ਵਾਲੀ ਪਲੇਟ ਲਾਈ ਜਾਂਦੀ ਹੈ ਔਰ ਉਹ ਜਗ੍ਹਾ ਉਹੀ ਹੈਗੀ ਜਿੱਥੋਂ ਪੰਪ ਜਿਹੜਾ ਤੇਲ ਖਿੱਚਦਾ ਹੈ, ਠੀਕ ਹੈ ਜੀ, ਸਕ ਕਰਦਾ ਹੈ। ਅਸੀਂ ਉਸ ਪਲੇਟ ਦੇ ਉੱਤੇ ਹੈਵੀ ਡਿਊਟੀ ਮੈਗਨੇਟ ਲਾਤਾ ਹੈ, ਮਕਨਾਤੀਸ ਲਾਤਾ ਹੈ ਕਿ ਪੂਰੇ ਗੇਅਰ ਬਕਸੇ ਔਰ ਪਿਛਲੀ ਰੀਅਰ ਹਾਊਸਿੰਗ ਦੇ ਵਿੱਚ ਜਿੰਨਾ ਵੀ ਲੋਹੇ ਦਾ ਬੁਰਾਦਾ ਪੈਦਾ ਹੋਏਗਾ, ਕਚਰਾ ਪੈਦਾ ਹੋਏਗਾ, ਉਸ ਮਕਨਾਤੀਸ ਦੇ ਨਾਲ ਚਿਪਕਦਾ ਰਹੇਗਾ, ਜਿਹਦੀ ਵਜ੍ਹਾ ਤੋਂ ਉਹ ਲੋਹਾ ਜਿਹੜਾ ਉਹ ਸਿਸਟਮ ਦੇ ਵਿੱਚ ਦੁਬਾਰਾ ਮੂਵ ਨਹੀਂ ਕਰੇਗਾ। ਤੁਹਾਡੇ ਹਾਈਡ੍ਰੋਲਿਕ ਪੰਪ ਦੀ, ਹਾਈਡ੍ਰੋਲਿਕ ਸਿਸਟਮ ਦੀ ਜਿਹੜੀ ਲਾਈਫ ਹੈ ਉਹ ਵੱਧ ਜਾਏਗੀ। ਔਰ ਇਸ ਤੋਂ ਪਹਿਲੇ ਅਸੀਂ ਜਿੰਨੇ ਵੀ ਸਾਡੇ ਹਾਈਡ੍ਰੋਲਿਕ ਡਰੇਨ ਪਲੱਗ ਸੀਗੇ, ਯਾਨੀ ਕਿ ਇੰਜਨ ਆਇਲ ਦਾ ਤੇਲ ਕੱਢਣ ਵਾਸਤੇ ਜਿਹੜਾ ਨਟ ਲੱਗਿਆ ਹੋਇਆ, ਇਸੇ ਤਰ੍ਹਾਂ ਹਾਈਡ੍ਰੋਲਿਕ ਦਾ ਜਿਹੜਾ ਨਟ ਲੱਗਿਆ ਉਹ ਵੀ ਅਸੀਂ ਮਕਨਾਤੀਸ ਦੇ ਕਰਤੇ ਸੀ ਪਹਿਲੇ, ਇਸ ਤੋਂ ਪਹਿਲੇ। ਇਸ ਤੋਂ ਇਲਾਵਾ ਜੀ ਇਹਦੇ ਅਸੀਂ ਇੰਜਨ ਆਇਲ ਦਾ ਫਿਲਰ, ਜਿੱਥੋਂ ਇੰਜਨ ਦਾ ਆਇਲ ਪਾਈਦਾ ਉਹ ਅਕਸਰ ਸ਼ਿਕਾਇਤ ਹੁੰਦੀ ਸੀ ਜੀ ਢੱਕਣਾ ਲੀਕ ਹੋ ਗਿਆ, ਉਹ ਅਸੀਂ ਡਿਜ਼ਾਈਨ ਚੇਂਜ ਕਰਤਾ, ਹੁਣ ਪਲਾਸਟਿਕ ਦੇ ਵਿੱਚ ਆ ਗਿਆ ਵੱਡੇ ਟਰੈਕਟਰਾਂ ਦਾ ਔਰ 240 ਦਾ ਵੀ, ਲੇਕਿਨ ਜਿਹੜਾ 260 ਹੈਗਾ ਉਹ 'ਚ ਥੋੜਾ ਡਿਜ਼ਾਈਨ ਚੇਂਜ ਕਰਨਾ ਪਿਆ ਔਰ ਟਰਬੋ ਦੇ ਨਜ਼ਦੀਕ ਸੀਗਾ, ਹੀਟ ਦਾ ਇਸ਼ੂ ਸੀਗਾ, ਉਹ ਖਰਾਬ ਹੋ ਸਕਦਾ ਸੀ, ਅਸੀਂ ਉਹਨੂੰ ਐਲੂਮੀਨੀਅਮ ਦਾ ਕੀਤਾ, ਐਲੂਮੀਨੀਅਮ ਦੇ ਮਟੀਰੀਅਲ ਦੇ ਵਿੱਚ ਆ ਗਿਆ। ਯਾਨੀ ਉਹ ਕੈਬ ਜਿੱਥੇ ਜ਼ਿਮੀਦਾਰ ਟਾਕੀਆਂ ਕੱਪੜੇ ਬੰਨ੍ਹਦੇ, ਹਾਂ ਜੀ, ਨਹੀਂ ਹੁਣ ਉਹ ਜ਼ਰੂਰਤ ਨਹੀਂ ਪੈਗੀ, ਹਾਂ ਜੀ। ਅੱਛਾ, ਇਸ ਤੋਂ ਬਾਅਦ ਅਸੀਂ ਹਾਈਡ੍ਰੋਲਿਕ ਡਿਪ ਸਟਿਕ ਜਿਹੜੀ ਹੈ ਰਿਸਪੌਂਸ ਪਲੇਟ ਕਹਿੰਦੇ ਨੇ ਹਾਈਡ੍ਰੋਲਿਕ ਦੀ ਸਾਈਡ ਦੀ, ਇਹਦੀ ਡਿਪ ਸਟਿਕ ਕਾਫੀ ਨੀਚੇ ਜਾ ਕੇ ਸੀਗੀ ਔਰ ਮੁਸ਼ਕਲ ਹੁੰਦੀ ਸੀ ਲੀਵਰ ਉਹਦਾ ਚੈੱਕ ਕਰਨਾ ਕਿ ਜੀ ਉਹਦਾ ਕਿੰਨਾ ਹੈਗਾ ਲੈਵਲ, ਆਇਲ ਦਾ ਲੈਵਲ ਕਿੰਨਾ ਹੈ ਹਾਈਡ੍ਰੋਲਿਕ ਦਾ, ਤੇ ਉਹ ਇੱਕ ਇਸ਼ੂ ਸੀਗਾ, ਉਹਨੂੰ ਲੰਬਾ ਕਰ ਦਿੱਤਾ, ਨਾ ਸਿਰਫ ਬਾਹਰ ਵਾਲੀ ਸਾਈਡ ਤੋਂ ਲੰਬਾ ਕੀਤਾ, ਅੰਦਰ ਵਾਲੀ ਸਾਈਡ ਤੋਂ ਵੀ ਲੰਬਾ ਕੀਤਾ ਔਰ ਜਿਹੜਾ ਇੱਕ ਲੀਕੇਜ ਦਾ ਇਸ਼ੂ ਸੀਗਾ ਉਹ ਵੀ ਇਹਦੀ ਵਜ੍ਹਾ ਤੋਂ ਰਿਜ਼ੋਲਵ ਹੋ ਜਾਏਗਾ ਇਨਸ਼ਾਅੱਲਾ। ਰੀਅਰ ਵਿਊ ਮਿਰਰ, ਇਹ ਸ਼ੀਸ਼ਾ ਜਿਹੜਾ ਪਿੱਛੇ ਦੇਖਣ ਵਾਸਤੇ ਅਸੀਂ ਦਿੱਤਾ ਹੈਗਾ, ਤੇ ਕੁਝ ਲੋਕ ਕਹਿੰਦੇ ਕਿ ਜੀ ਇਹਦੀ ਸ਼ਾਇਦ ਜ਼ਰੂਰਤ ਨਹੀਂ ਹੈਗੀ, ਤੇ ਕਮ ਸੇ ਕਮ ਬੰਦੇ ਨੂੰ ਆਪਣਾ ਸ਼ਕਲ ਦੇਖਣ ਵਾਸਤੇ ਤਾਂ ਜ਼ਰੂਰਤ ਪੈ ਸਕਦੀ ਹੈ ਨਾ ਜੀ। ਜੇ ਇਕੱਠਾ ਪੈਂਦਾ ਰੋਟੀ ਬਿਮਾਰੀ ਤਾਂ ਉਹ ਤਾਂ ਲਾਭ ਬੰਦਾ ਸਾਫ਼ ਕਰ ਲੈ। ਬਿਲਕੁਲ ਜੀ, ਬਿਲਕੁਲ। ਤੇ ਜੀ ਮੋਬਾਈਲ ਚਾਰਜਰ ਇਹਦੇ ਵਿੱਚ ਪੋਰਟ ਡਿਲੈਕਸ ਮਾਡਲਾਂ 'ਚ ਪਹਿਲੇ ਸੀਗੀ, ਹੁਣ ਸਾਰਿਆਂ 'ਚ ਦੇ ਦਿੱਤੀ ਹੈ, ਠੀਕ ਹੈ ਜੀ। ਔਰ ਜ਼ਰੂਰਤ ਹੈ ਜੀ ਜਿਹੜੇ ਮਿਲਾਂ 'ਚ ਟਰੈਕਟਰ ਜਾਂਦੇ ਨੇ ਜੀ ਜੀ, ਉੱਥੇ 3-3 ਦਿਨ ਰੁਕਣਾ ਪੈਂਦਾ ਜੀ ਜੀ, ਬਿਲਕੁਲ ਤੇ ਇਹ ਵੀ ਜ਼ਰੂਰੀ ਹੈ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਔਰ ਫਿਰ ਮੋਬਾਈਲ ਨੂੰ ਰੱਖਣ ਵਾਸਤੇ ਪਾਊਚ ਨਹੀਂ ਸੀ ਹੈਗਾ ਕਿ ਮੋਬਾਈਲ ਚਾਰਜਿੰਗ ਤੇ ਲਾ ਕੇ ਰੱਖਣਾ ਕਿੱਥੇ ਹੈਗਾ, ਉਹਦੇ ਵਾਸਤੇ ਵੀ ਜਗ੍ਹਾ ਬਣਾ ਦਿੱਤੀ ਗਈ ਹੈ, ਪਾਊਚ ਬਣਾ ਦਿੱਤਾ ਗਿਆ ਜਿਹਦੇ ਵਿੱਚ ਆਪਣਾ ਜ਼ਿਮੀਦਾਰ ਮੋਬਾਈਲ ਆਪਣਾ ਰੱਖ ਸਕਦਾ ਹੈ। ਇਸ ਤੋਂ ਇਲਾਵਾ ਅਸੀਂ ਪਹਿਲੇ ਡਿਲੈਕਸ ਮਾਡਲਾਂ ਚੇਂਜ ਕੀਤਾ ਸੀ, ਹੁਣ ਸਾਰੇ ਟਰੈਕਟਰ ਮਾਡਲਾਂ ਦੇ ਵਿੱਚ PTO ਇਨਪੁਟ ਸ਼ਾਫਟ ਬੇਰਿੰਗ ਜਿਹੜਾ ਚੇਂਜ ਕਰਤਾ, ਪਹਿਲੇ ਉਹ 10 ਬਾਲ ਵਾਲਾ ਸੀਗਾ, ਹੁਣ 15 ਜਾਂ 16 ਬਾਲ ਦਾ ਕਰ ਦਿੱਤਾ ਹੈਗਾ। ਉਹਦੀ ਵਜ੍ਹਾ ਹੈ ਕਿ ਜਦੋਂ ਬਾਲ ਜ਼ਿਆਦਾ ਹੁੰਦੀਆਂ ਲੋਡ ਬੇਰਿੰਗ ਕਪੈਸਿਟੀ ਵੀ ਵੱਧ ਜਾਂਦੀ ਹੈ, ਉਹਦੀ ਲਾਈਫ ਵੀ ਵੱਧ ਜਾਂਦੀ ਹੈ। ਠੀਕ ਹੋ ਗਿਆ ਜੀ, ਯਾਨੀ ਕਿ ਉਹਦਾ ਅੱਗੇ ਮਸਲਾ ਹੁੰਦਾ ਸੀ ਜ਼ਿਆਦਾ ਜਲਦੀ ਟੁੱਟਦਾ ਸੀ, ਉਹ ਹੁਣ ਬਿਹਤਰ ਹੋ ਗਿਆ। ਹਾਂਜੀ, ਬਿਹਤਰ ਹੋ ਗਿਆ। ਇਹ ਅਸੀਂ ਤਬਦੀਲੀਆਂ ਕੀਤੀਆਂ ਤੇ ਸਾਰੇ ਤੁਸੀਂ ਜਿਹੜੀਆਂ ਤਬਦੀਲੀਆਂ ਇਹਨੂੰ ਅਸੀਂ ਕਹਿ ਸਕਦੇ ਹਾਂ ਬਿਹਤਰੀਆਂ ਕੀਤੀਆਂ ਨੇ, ਡਿਜ਼ਾਈਨ ਉਹੀ ਹੈ, ਕੁਝ ਨਵੀਆਂ ਚੀਜ਼ਾਂ ਆ ਗਈਆਂ ਨੇ, ਕੁਝ ਹੋਰ ਕੁਝ ਬਿਹਤਰੀਆਂ ਆ ਗਈਆਂ ਨੇ। ਇਹ ਜਿਹੜਾ 2025 ਮਾਡਲ ਹੈ ਉਹਦੇ ਬਾਰੇ ਤੁਸੀਂ ਦੱਸਿਆ। ਹੁਣ ਕੁਝ ਜ਼ਿਮੀਦਾਰਾਂ ਦਾ 2 ਸਵਾਲ ਨੇ, ਉਹਨਾਂ ਤੋਂ ਪਹਿਲੇ ਇੱਕ ਚੀਜ਼ ਇਹ ਸਾਰੀਆਂ ਤਬਦੀਲੀਆਂ ਨੂੰ ਦਾ ਪਤਾ ਕਿਵੇਂ ਲੱਗੇਗਾ ਕਿ ਤਬਦੀਲੀਆਂ ਕਰਤੀਆਂ ਗਈਆਂ। ਜੀ ਜੀ, ਅੱਗੇ ਸਟicker ਲਾਤੇ 2025 ਬਿਲਕੁਲ ਜੀ, 2025 ਦਾ ਜਿਵੇਂ ਤਾਂ ਕਿ ਬੰਦੇ ਨੂੰ ਪਤਾ